ਔਰ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਆਪਾਂ ਗੱਲ ਕਰਨੀ ਹੈ ਕਿ ਭਵਿੱਖ ਦੇ ਵਿੱਚ ਜੇਕਰ ਇਸੇ ਤਰੀਕੇ ਦੇ ਹੋਰ ਕੋਈ ਪੈਂਡੈਮਿਕ ਆਉਂਦੇ ਹੈ ਤਾਂ ਕਿਸ ਤਰੀਕੇ ਦੀਆਂ ਤਿਆਰੀਆਂ ਜ਼ਰੂਰੀ ਹੈ, ਕਿਸ ਤਰੀਕੇ ਦੀਆਂ ਯੋਜਨਾਵਾਂ ਜ਼ਰੂਰੀ ਹੈ। ਔਰ ਇਹ ਗੱਲਾਂ ਬਾਤਾਂ ਕਰਨ ਵਾਸਤੇ ਅਸੀਂ ਰਿਕੁਐਸਟ ਕੀਤੀ ਸੀ ਯੂਨੀਵਰਸਿਟੀ ਆਫ ਸਸਕੈਚੁਅਨ ਤੋਂ ਵਾਈਸ ਪ੍ਰੈਜ਼ੀਡੈਂਟ ਆਫ ਰਿਸਰਚ ਸ਼੍ਰੀ ਬਲਜੀਤ ਸਿੰਘ ਜੀ ਨੂੰ। ਬਲਜੀਤ ਸਿੰਘ ਗਿੱਲ ਜੀ ਮੇਰੇ ਨਾਲ ਇਸ ਵੇਲੇ ਫੋਨ ਲਾਈਨ 'ਤੇ ਮੌਜੂਦ ਨੇ। ਬਹੁਤ ਹੀ ਸੌਫਟ ਸਪੋਕਨ ਨੇ, ਡਾਇਨਾਮਿਕ ਨੇ ਔਰ ਭਾਰਤ ਦਾ ਮੀਡੀਆ ਇਹਨਾਂ ਨੂੰ ਇੱਕ ਗਿਫਟਡ ਸਿੱਖ ਅਕੈਡਮੀਸ਼ੀਅਨ ਦੇ ਤੌਰ 'ਤੇ ਤਾਂ ਦੇਖਦਾ ਹੀ ਦੇਖਦਾ, ਪਰ ਨਾਲ ਹੀ ਕੈਨੇਡਾ ਦੇ ਟੌਪ ਗਨ ਦੇ ਤੌਰ 'ਤੇ ਵੀ ਦੇਖਦਾ ਕਿ ਸਭ ਤੋਂ ਇੱਕ ਜਿਹੜਾ ਵਧੀਆ ਨਾਂ ਜੇਕਰ ਦੇਖਿਆ ਜਾਏ, ਸਭ ਤੋਂ ਉੱਚੇ ਲੈਵਲ ਦੇ ਉੱਤੇ ਜਿਹੜੇ ਨਾਂ ਕੁਝ ਭਾਰਤੀਆਂ ਦੇ ਦੇਖੇ ਜਾਣ, ਖਾਸ ਤੌਰ 'ਤੇ ਪੰਜਾਬੀਆਂ ਦੇ ਦੇਖੇ ਜਾਣ, ਟਰਬਨ 6 ਦੇ ਦੇਖੇ ਜਾਣ, ਤਾਂ ਉਹਨਾਂ ਦੇ ਵਿੱਚ ਸਰਦਾਰ ਬਲਜੀਤ ਸਿੰਘ ਗਿੱਲ ਹੋਣਾ ਦਾ ਨਾਮ ਆਉਂਦਾ। ਔਰ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਮੇਰੇ ਹੀ ਕਲੀਗ ਸਰਦਾਰ ਹਰਜੀਤ ਸਿੰਘ ਗਿੱਲ ਇਹਨਾਂ ਦੇ ਛੋਟੇ ਭਰਾ ਨੇ। ਸੋ ਸਰਦਾਰ ਬਲਜੀਤ ਸਿੰਘ ਗਿੱਲ ਹੋਣਾ ਦਾ ਸਵਾਗਤ ਕਰਦੇ ਹਾਂ ਔਰ ਇਹਨਾਂ ਦੇ ਕੋਲੋਂ ਆਪਾਂ ਜਾਣਕਾਰੀਆਂ ਵੀ ਲੈਣੀਆਂ। ਬਲਜੀਤ ਸਿੰਘ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਮੀਰ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਬੜਾ ਸ਼ੁਕਰੀਆ ਤੁਹਾਡੇ ਸ਼ੋਅ 'ਤੇ ਟਾਈਮ ਦੇਣ ਦਾ। ਬਲਜੀਤ ਸਿੰਘ ਗਿੱਲ ਜੀ, ਤੁਹਾਡੇ ਕੋਲੋਂ ਇਹ ਜਾਣਕਾਰੀ ਜ਼ਰੂਰ ਲੈਣਾ ਚਾਹਾਂਗੇ। ਕੁਝ ਦਿਨ ਪਹਿਲਾਂ ਇੱਕ ਆਰਟੀਕਲ ਜਿਹੜਾ ਛਪਿਆ ਕੈਨੇਡਾ ਦੇ ਵਨ ਆਫ ਦਾ ਮੋਸਟ ਪ੍ਰੋਮੀਨੈਂਟ ਨਿਊਜ਼ਪੇਪਰਸ ਦੇ ਵਿੱਚ, ਜਿਹਦੇ ਵਿੱਚ ਤੁਹਾਡਾ ਓਪੀਨੀਅਨ ਖਾਸ ਤੌਰ ਦੇ ਉੱਤੇ ਸਾਹਮਣੇ ਆਇਆ ਕਿਉਂਕਿ ਤੁਸੀਂ ਰਿਸਰਚ ਦੇ ਨਾਲ ਜੁੜੇ ਹੋਏ ਹੋ। ਔਰ ਪੈਂਡੇਮਿਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਸ ਵਕਤ ਤਾਂ ਅਸੀਂ ਕੋਵਿਡ-19 ਦੇ ਡਿਫਰੈਂਟ ਸਟ੍ਰੇਨਸ ਜਿਹੜੇ ਆ ਇਹਨਾਂ ਦੇ ਨਾਲ ਹੀ ਜੂਝ ਰਹੇ ਹਾਂ, ਪਰ ਕੀ ਭਵਿੱਖ ਦੇ ਵਿੱਚ ਹੋਰ ਪੈਂਡੈਮਿਕਸ ਆ ਸਕਦੇ ਨੇ? ਉਹਨਾਂ ਨਾਲ ਨਜਿੱਠਣ ਦੀਆਂ ਯੋਜਨਾਵਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ? ਬਤੌਰ ਰਿਸਰਚਰ, ਬਤੌਰ ਸਾਇੰਟਿਸਟ, ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਸਮੀਰ ਜੀ, ਇਹ ਬੜਾ ਇੰਪੋਰਟੈਂਟ ਮਸਲਾ ਹੈਗਾ ਤੇ ਜਿਹੜੇ ਪੈਂਡੈਮਿਕਸ ਨੇ ਉਹ ਹਿਊਮੈਨਿਟੀ ਦੇ ਨਾਲ ਰਹੇ ਨੇ। ਆਪਾਂ ਕਈ ਵਾਰੀ ਸਪੈਨਿਸ਼ ਫਲੂ ਦੀ ਗੱਲ ਕਰਦੇ ਹਾਂ। ਜਦੋਂ ਮੈਂ ਆਪਣੇ ਦਫ਼ਤਰ 'ਚ ਯੂਨੀਵਰਸਿਟੀ 'ਚੋਂ ਪੌੜੀਆਂ ਉਤਰ ਕੇ ਜਾਂਦਾ, ਉੱਥੇ ਇੱਕ ਪਲਾਕ ਲੱਗੀ ਹੋਈ ਹੈ ਜਿਹਦੇ ਤੇ ਸਸਕੈਚੁਆਨ ਦੀਆਂ ਕੋਈ 15-18 ਨਰਸ ਜਿਹੜੀਆਂ 1918 ਵਾਲੇ ਸਪੈਨਿਸ਼ ਫਲੂ ਦੇ ਵਿੱਚ ਸਰਵਿਸ ਕਰਦੀਆਂ ਆਪਣੀ ਜਾਨ ਗਵਾ ਬੈਠੀਆਂ ਸੀਗੀਆਂ। ਪਿਛਲੇ ਕੋਈ 20 ਸਾਲਾਂ ਤੋਂ ਸਾਇੰਟਿਸਟ ਲਗਾਤਾਰ ਕਹਿ ਰਹੇ ਨੇ ਕਿ ਇਟ ਇਜ਼ ਨਾਟ ਇਫ ਬਟ ਵੈਨ ਵੀ ਵਿਲ ਗੈਟ ਹਿਟ ਬਾਈ ਅ ਪੈਂਡੈਮਿਕ, ਐਂਡ ਅਨਫੋਰਚੂਨੇਟਲੀ ਪੈਂਡੈਮਿਕ ਆਪਾਂ ਨੂੰ 2020 ਦੇ ਵਿੱਚ ਆ ਕੇ ਮਿਲ ਗਿਆ। ਉਸ ਟਾਈਮ ਕਈ ਚੀਜ਼ਾਂ ਸਾਹਮਣੇ ਆਈਆਂ, ਖਾਸ ਤੌਰ ਤੇ ਕੈਨੇਡਾ ਦੇ ਵਿੱਚ, ਪਰ ਸਾਰੇ ਸੰਸਾਰ ਦੇ ਵਿੱਚ ਵੀ। ਨੰਬਰ 1, the lack of preparedness to deal with the pandemic was very, very visible at every level. ਉਹਦੇ 3-4 ਲੈਵਲ ਨੇ। ਨੰਬਰ 1, ਪਾਲਿਸੀ ਫਰੇਮਵਰਕ। ਜੇਕਰ ਕੋਈ ਪੈਂਡੈਮਿਕ ਆਪਾਂ ਨੂੰ ਹਿੱਟ ਕਰਦਾ, ਕੋਈ ਵੀ ਡਿਜ਼ਾਸਟਰ ਹਿੱਟ ਕਰਦਾ, ਉਹਦੇ ਲਈ ਆਪਣੇ ਕੋਲ ਪਲੇ ਬੁੱਕ ਤਿਆਰ ਹੈ। ਆਪਾਂ ਕੀ ਕਰਨਾ, ਪਹਿਲਾ ਸਟੈਪ ਕੀ ਹੈ, ਦੂਜਾ ਕੀ ਹੈ, ਤੀਜਾ ਕੀ ਹੈ। ਨੰਬਰ 2, ਉਸ ਪੈਂਡੈਮਿਕ ਤੋਂ ਪ੍ਰੋਟੈਕਟ ਕਰਨ ਲਈ ਸਾਡੇ ਕੋਲ ਬਾਇਓਲੋਜੀਕਲ ਜਿਹੜੇ ਕਿ ਡਰੱਗਸ ਨੇ, ਵੈਕਸੀਨਸ ਨੇ। ਨੰਬਰ 1, ਉਹ ਸਾਡੇ ਕੋਲ ਪਲੇਟਫਾਰਮ ਟੈਕਨੋਲੋਜੀਜ਼ ਇਨ ਪਲੇਸ ਨੇ। ਨੰਬਰ 2, ਉਹਨਾਂ ਨੂੰ ਲਾਰਜ ਸਕੇਲ ਤੇ ਮੈਨੂਫੈਕਚਰ ਕਰਕੇ ਲੋਕਾਂ ਤੱਕ ਪਹੁੰਚਾਉਣ ਲਈ ਸਪਲਾਈ ਚੇਨ ਇਨ ਪਲੇਸ ਹੈ। ਤੇ ਨੰਬਰ 3, ਜਿਹੜੀ ਸਾਡੀ ਪਾਪੂਲੇਸ਼ਨ ਹੈ ਉਹ ਅੰਡਰਸਟੈਂਡ ਕਰਦੀ ਹੈ ਵੀ ਜਿਹੜੀ ਵੈਕਸੀਨਸ ਨੇ ਇਹ ਸਾਡੇ ਲਈ ਲਾਹੇਵੰਦ ਨੇ, ਤੇ ਵੈਕਸੀਨ ਅਸੀਂ ਕਿਉਂ ਲਗਵਾਉਣੀ ਹੈ, ਕਦੋਂ ਲਗਵਾਉਣੀ ਹੈ, ਤੇ ਇਹਨਾਂ ਤੋਂ ਸਾਨੂੰ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ, ਤਾਂ ਕਿ ਜਿਹੜੇ ਸਿਟੀਜ਼ਨ ਨੇ ਉਹ ਇਨਫੋਰਮਡ ਡਿਸੀਜ਼ਨ ਬਣਾ ਸਕਣ, ਨਾ ਕਿ ਕੌਨਸਪੀਰੇਸੀ ਥਿਊਰੀਜ਼ ਦੇ ਵਿੱਚ ਅੜ ਜਾਣ ਕਿ ਜੀ ਇਹ ਫਲਾਣਾ ਤੇ ਢਿਕਾਣਾ। ਸੋ ਜਿਹੜੇ 3-4 ਸਟੈਪ ਨੇ ਉਹ ਮੇਨਲੀ ਸਾਹਮਣੇ ਆਏ ਵੀ ਦੁਨੀਆ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਉਹ ਬਿਲਕੁਲ ਵੀ ਕੰਪਲੀਟਲੀ ਅਵੇਲੇਬਲ ਨਹੀਂ ਸੀਗੇ। ਤੇ ਕੈਨੇਡਾ ਦੇ ਵਿੱਚ ਤਾਂ ਕਈ ਖਾਮੀਆਂ ਬੜੀ ਚੰਗੀ ਤਰ੍ਹਾਂ ਸਾਹਮਣੇ ਆਈਆਂ, ਜਿਨ੍ਹਾਂ ਬਾਰੇ ਅਸੀਂ ਆਪਣੇ ਓਪੀਨੀਅਨ ਦੇ ਵਿੱਚ ਵੀ ਗੱਲ ਕੀਤੀ ਹੈ, ਪਰ ਮੈਂ ਹੋਰ ਵੀ ਗੱਲ ਕਰਨ ਲਈ ਤੁਹਾਡੇ ਨਾਲ ਤਿਆਰ ਹਾਂ। ਹੈ ਜੀ। ਅੱਛਾ ਬਲਜੀਤ ਸਿੰਘ ਜੀ, ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਸਪੈਨਿਸ਼ ਫਲੂ ਦੀ ਆਪਾਂ ਗੱਲ ਕਰਦੇ ਹਾਂ, 100 ਸਾਲ ਪਹਿਲਾਂ ਸਪੈਨਿਸ਼ ਫਲੂ ਆਇਆ ਔਰ ਨਾਲ ਤੁਸੀਂ ਮਿਸ ਇਨਫੋਰਮੇਸ਼ਨ ਜਾਂ ਤੁਸੀਂ ਕਿਹਾ ਕਿ ਕਈ ਵਾਰ ਲੋਕਾਂ ਤੱਕ ਅਵੇਅਰਨੈਸ ਉਸ ਤਰੀਕੇ ਦੀ ਨਹੀਂ ਹੁੰਦੀ। ਆਪਾਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਯਕੀਨ ਕਰਦੇ ਹਾਂ। ਇਹ ਕਿਹਾ ਜਾਂਦਾ ਕਿ ਹਰ 100 ਸਾਲ ਬਾਅਦ ਕੋਈ ਨਵੀਂ ਪੈਂਡੇਮਿਕ ਜਿਹੜਾ ਉਹ ਆ ਜਾਂਦਾ ਹੈ। ਕਿ ਇਹ 100 ਸਾਲ ਲੈਂਦਾ ਕੋਈ ਪੈਂਡੇਮਿਕ ਆਉਣ ਨੂੰ? ਕੋਈ ਅਜਿਹੀ ਗੱਲਬਾਤ ਹੁੰਦੀ ਹੈ? ਜਿਹੜਾ ਪੈਂਡੈਮਿਕ ਦਾ ਕੋਈ ਟਾਈਮ ਬਾਉਂਡ ਸਿਸਟਮ ਤਾਂ ਹੈ ਨਹੀਂ, ਪਰ ਕੋਈ ਜਿਹੜੇ ਟ੍ਰੈਂਡਸ ਨੇ ਜਿਨ੍ਹਾਂ ਨੂੰ ਆਪਾਂ ਐਨਾਲਾਈਜ਼ ਕਰਦੇ ਹਾਂ ਐਪੀਡੀਮੀਓਲੋਜੀਕਲੀ ਜਾਂ ਆਪਾਂ ਕੰਪਿਊਟਰ ਮਾਡਲਸ ਦੇ ਨਾਲ, ਜਾਂ ਜਿਹੜੀਆਂ ਨਿੱਕੀਆਂ ਡਿਜ਼ੀਜ਼ ਥ੍ਰੈਟਸ ਕਈ ਵਾਰ ਆਉਂਦੇ, ਆਪਾਂ ਕਹਿੰਦੇ ਹਾਂ ਨਾ ਕਈ ਵਾਰੀ ਨਿੱਕੀ ਜਿਹੜੀ ਵੇਵ ਉੱਠਦੀ ਆ ਉਹ ਕਈ ਵਾਰੀ ਬੜਾ ਵੱਡਾ ਤੂਫਾਨ ਬਣ ਜਾਂਦੀ ਹੈ ਥੋੜ੍ਹੀ ਦੇਰ ਬਾਅਦ, ਹੈ ਨਾ। ਪਿਛਲੇ 20 ਸਾਲਾਂ ਤੋਂ ਜੇਕਰ ਆਪਾਂ ਦੇਖੀਏ ਤਾਂ 3-4 ਚੀਜ਼ਾਂ ਆਪਣੇ ਸਾਹਮਣੇ ਸਿੰਪਟਮ ਸੀਗੀਆਂ। ਈਬੋਲਾ, ਸਾਰਸ, H1N1, ਇਹ ਜਿਹੜੇ ਫਲੂ ਸੀਗੇ ਜਾਂ ਜਿਹੜੀਆਂ ਰੈਸਪੀਰੇਟਰੀ ਡਿਜ਼ੀਜ਼ਸ ਸੀਗੀਆਂ ਵਾਇਰਸਿਸ ਤੋਂ, ਇਹ ਹਰ ਦੂਜੇ, ਤੀਜੇ, ਚੌਥੇ ਸਾਲ ਬਾਅਦ ਕੋਈ ਨਾ ਕੋਈ ਡਿਜ਼ੀਜ਼ ਸਿਰ ਚੁੱਕਦੀ ਸੀ। ਪਰ ਫਾਰਚੂਨੇਟਲੀ ਸਾਡੇ ਲਈ ਅਸੀਂ ਉਹਨੂੰ ਮੈਨੇਜ ਕਰ ਸਕੇ ਕਿਉਂਕਿ ਲੋਕਲਾਈਜ਼ ਸੀਗੀਆਂ, ਤੇ ਜਿਹੜਾ ਵਾਇਰਸ ਤੇ ਪੈਥੋਜਨ ਸੀਗਾ ਉਹਦਾ ਬਿਹੇਵੀਅਰ ਬੜਾ ਅੰਡਰਸਟੂਡ ਸੀ ਆਪਾਂ ਨੂੰ ਵੀ ਉਹਨੂੰ ਕਿਵੇਂ ਮੈਨੇਜ ਕਰਨਾ ਹੈ।
ਦੂਜਾ ਜਿਹੜਾ ਕੰਪਲੈਕਸ ਫੈਕਟਰ ਸਮੀਰ ਜੀ ਜਿਹੜਾ ਸਾਹਮਣੇ ਆ ਰਿਹਾ ਹੈ ਉਹ ਆਪਾਂ ਐਪਰੀਸ਼ੀਏਟ ਕਰਨ ਲੱਗ ਗਏ ਹਾਂ that the health of the animals, humans and the environment is interconnected and it's a concept which is called One Health or planetary health. ਜਰਮਨ ਗਵਰਨਮੈਂਟ ਨੇ ਦੇਖੋ 1918 ਦੇ ਵਿੱਚ 75 ਸਾਇੰਟਿਸਟ ਸੱਦੇ ਹੋਏ, ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਟੂ ਕ੍ਰੀਏਟ ਅ ਫਰੇਮਵਰਕ ਫਾਰ ਪਲੈਨਟਰੀ ਹੈਲਥ ਵੀ ਜੇਕਰ ਕਦੇ ਵੀ ਕੋਈ ਡਿਜ਼ਾਸਟਰ ਹੁੰਦਾ ਹੈ, ਚਾਹੇ ਉਹ ਪੈਂਡੈਮਿਕ ਹੈ, ਚਾਹੇ ਕੋਈ ਫਲੱਡ ਹੈ, ਉਹਨੂੰ ਅੰਡਰਸਟੈਂਡ ਕਰਨ ਲਈ ਆਪਾਂ ਨੂੰ ਐਨੀਮਲ ਹੈਲਥ, ਹਿਊਮਨ ਹੈਲਥ ਤੇ ਇਨਵਾਇਰਨਮੈਂਟਲ ਹੈਲਥ ਤਿੰਨੇ ਇਕੱਠੇ ਕਰਕੇ ਦੇਖਣੇ ਪੈਣਗੇ, ਅਦਰਵਾਈਜ਼ ਵੀ ਵਿਲ ਨੈਵਰ ਬੀ ਏਬਲ ਟੂ ਸੋਲਵ ਇਟ। ਸੋ ਜਿਹੜੇ ਪੈਂਡੈਮਿਕਸ ਨੇ ਹੁਣ ਕੀ ਹੋ ਰਿਹਾ, ਜਿਉਂ ਜਿਹਾ ਆਪਾਂ ਇਨਕਰੋਚ ਕਰੀ ਜਾਂਦੇ ਆ ਜਿਹੜਾ ਨੈਚੁਰਲ ਹੈਬੀਟੈਟ ਹੈ ਐਨੀਮਲਸ ਦਾ ਤੇ ਜਿਹੜਾ ਕੰਟੈਕਟ ਹੈ ਬਿਟਵੀਨ ਐਨੀਮਲਸ ਐਂਡ ਹਿਊਮਨਸ ਇਜ਼ ਗਰੋਇੰਗ, ਤੇ ਜਿਹੜੀਆਂ ਪਲੈਨਟਰੀ ਚੇਂਜਸ ਆ ਰਹੀਆਂ ਨੇ ਜਿਹੜੀਆਂ ਕਿ ਸਦਾ ਹੀ ਆਉਂਦੀਆਂ ਰਹੀਆਂ ਨੇ ਪੁਰਾਣੇ ਸਮਿਆਂ ਤੋਂ, ਉਹਦਾ ਜਿਹੜਾ ਇੱਕ ਇੰਟਰਮਿਕਸਿੰਗ ਹੋ ਰਹੀ ਹੈ, ਇਟ ਇਜ਼ ਕ੍ਰੀਏਟਿੰਗ ਅ ਮਚ ਫਾਸਟਰ ਰੇਟ ਆਫ ਚੇਂਜ in our life, in the health of the animals, humans and the environment. So ਉਹਨੂੰ ਅੰਡਰਸਟੈਂਡ ਕਰਨ ਦੇ ਲਈ ਜਿਹੜੇ ਸਾਡੇ ਪਾਲਿਸੀ ਫਰੇਮਵਰਕਸ ਨੇ ਉਹ ਬੜੇ ਪੁਰਾਣੇ ਹੋ ਗਏ ਨੇ। we need to update them, we need to understand that the ਤੁਸੀਂ ਐਗਜ਼ਾਮਪਲ ਲਾ ਲਓ ਜਿਹੜੀ ਇੰਟਰਨੈਸ਼ਨਲ ਟਰੈਵਲਿੰਗ ਹੈ ਇਸ ਟਾਈਮ ਕੰਪੇਅਰ ਟੂ 20 ਸਾਲ ਪਹਿਲਾਂ ਪਤਾ ਨਹੀਂ ਕਿੰਨੇ ਗੁਣਾ ਵੱਧ ਗਈ ਹੈ। ਸੋ ਅੱਜ ਇੱਕ ਬੰਦਾ ਕੋਈ ਐਨੀਮਲ ਆਪਾਂ ਇੰਪੋਰਟ ਕਰਦੇ ਆ ਕਿਸੇ ਕੰਟਰੀ ਤੋਂ, 12 ਘੰਟੇ ਬਾਅਦ ਵੈਨਕੂਵਰ ਪਹੁੰਚ ਜਾਂਦਾ ਹੈ, 6 ਘੰਟੇ ਬਾਅਦ ਵੈਨਕੂਵਰ ਪਹੁੰਚ ਜਾਂਦਾ ਹੈ। ਉਹਦੇ 'ਚ ਕਿਹੜਾ ਪੈਥੋਜਨ ਹੈ, ਕਿਹੜਾ ਬੱਗ ਹੈ ਤੇ ਉਹਨੇ ਆ ਕੇ ਨਵੇਂ ਸਿਸਟਮ ਦੇ ਵਿੱਚ ਕਿਵੇਂ ਸਪਰੈਡ ਹੋਣਾ ਹੈ, ਉਹਨੂੰ ਅੰਡਰਸਟੈਂਡ ਕਰਨ ਦੇ ਲਈ ਸਾਡੇ ਕੋਲ ਅਜੇ ਕਪੈਸਿਟੀ ਹੈ ਨਹੀਂ, ਹੈ ਨਾ। ਸੋ ਉਹ ਅਸੀਂ ਆਰਗੂ ਕੀਤਾ ਕੈਨੇਡੀਅਨ ਗਵਰਨਮੈਂਟ ਨੂੰ ਬਈ ਇਹਨੂੰ ਇੱਕ ਆਈਸੋਲੇਟਡ ਇਨਸੀਡੈਂਸ ਨਾ ਲਓ ਕੋਵਿਡ ਨੂੰ। There are more threats of infectious disease which are right on our doorsteps, and we cannot begin to look for firefighters when the house is burning. We need to have everything in place. The fire truck, the fire station, the firefighters, everybody has to be in place so that they can be deployed in the shortest possible time. ਅੱਛਾ, ਹੁਣ ਜਿਹੜੀ ਆਪਾਂ ਇਹ ਗੱਲ ਤੁਸੀਂ ਕੀਤੀ ਹੈ ਕਿ ਕੈਨੇਡਾ ਦਾ ਰਿਸਪੌਂਸ ਕਿਹੋ ਜਿਹਾ ਰਿਹਾ, ਡੈਫੀਨੇਟਲੀ ਜਦੋਂ ਮੇਬੀ ਅਸੀਂ ਤਿਆਰ ਨਹੀਂ ਸੀ ਜਾਂ ਅਸੀਂ ਉਨੇ ਜ਼ਿਆਦਾ ਵੱਡੇ ਇੱਕ ਸਟ੍ਰਾਈਕ ਵਾਸਤੇ ਤਿਆਰ ਨਹੀਂ ਸੀ, ਪਰ ਇਹ ਤੋਂ ਲਰਨਿੰਗ ਕੀ ਕੈਨੇਡਾ ਨੇ ਲਈ ਹੈ? ਜੇ ਤੁਸੀਂ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਤੁਸੀਂ ਰਿਸਪੌਂਸ ਦੇਖਦੇ ਹੋ, ਸਾਡੇ ਡਾਕਟਰ ਥਰੇਸਾ ਟੈਮ ਉਹਨਾਂ ਦਾ ਰਿਸਪੌਂਸ ਦੇਖਦੇ ਹੋ, ਲੋਕਲ ਲੈਵਲ ਦੇ ਉੱਤੇ ਡਿਫਰੈਂਟ ਜਿਹੜੇ ਹੈਲਥ ਆਫਿਸਰਸ ਨੇ ਉਹਨਾਂ ਦਾ ਰਿਸਪੌਂਸ ਦੇਖਦੇ ਹੋ, ਲਰਨਿੰਗ ਕੈਨੇਡਾ ਦੀ ਕੀ ਰਹੀ ਇਸ ਪੂਰੇ ਪੈਂਡੈਮਿਕ ਦੇ 3 ਸਾਲਾਂ ਦੇ ਵਿੱਚ? ਨੰਬਰ 1, ਪਹਿਲੀ ਗੱਲ ਤਾਂ ਜਿੰਨੀ ਸਪੀਡ ਦੇ ਨਾਲ ਪੈਂਡੈਮਿਕ ਸਾਡੇ ਤੇ ਆਇਆ ਉਹਦੇ ਸਰਕਮਸਟੈਂਸ ਦੇ ਵਿੱਚ ਜਿੰਨਾ ਅਸੀਂ ਬੈਸਟ ਰਿਸਪੌਂਡ ਕਰ ਸਕਦੇ ਸੀ ਕੈਨੇਡੀਅਨਸ ਨੇ, ਉਹਨਾਂ ਨੇ ਵਾਹ ਲਾਤੀ ਉਹਨੂੰ ਠੀਕ ਕਰਨ। ਉਹਦੇ ਲਈ ਆਈ ਫੀਲ ਵੈਰੀ ਪ੍ਰਾਊਡ ਆਫ, ਚਾਹੇ ਆਪਣੇ ਸਕੂਲ ਸੀ, ਚਾਹੇ ਆਪਣੀਆਂ ਯੂਨੀਵਰਸਿਟੀਜ਼ ਨੇ, ਚਾਹੇ ਆਪਣੀ ਸਿਟੀ ਗਵਰਨਮੈਂਟ ਹੈ, ਚਾਹੇ ਪ੍ਰਾਈਵੇਟ ਸਿਟੀਜ਼ਨਸ ਨੇ, ਨੀਅਰਲੀ ਐਵਰੀਬੋਡੀ ਜੁਆਇਨਡ ਹੈਂਡਸ ਟੂ ਫਾਈਟ ਦਿਸ ਪੈਂਡੈਮਿਕ। ਸੋ ਦੈਟ ਵਾਜ਼ ਰਿਮਾਰਕੇਬਲ। ਜਿਹੜੇ ਗੈਪਸ ਕੀ ਨਿਕਲੇ ਉਹਦੇ ਵਿੱਚ ਤੁਹਾਨੂੰ ਮੈਂ 1-2 ਐਗਜ਼ਾਮਪਲ ਦੇ ਦਿੰਦਾ। ਉਹਦੇ 'ਚ ਇੱਕ ਤਾਂ ਜਿਹੜੀ ਇਨਫੋਰਮੇਸ਼ਨ ਸੀਗੀ ਕੋਵਿਡ ਦੇ ਬਾਰੇ ਉਹ ਇੰਨੀ ਫਾਸਟ ਚੇਂਜ ਹੋ ਰਹੀ ਸੀ ਕਿ ਹਰ ਰੋਜ਼ ਲੋਕੀ ਕਨਫਿਊਜ਼ ਹੋ ਰਹੇ ਸੀ ਵੀ ਕੱਲ ਮੈਨੂੰ ਇਹ ਚੀਜ਼ ਦੱਸੀ, ਅੱਜ ਤੁਸੀਂ ਮੈਨੂੰ ਇਹ ਦੱਸ ਰਹੇ ਹੋ, ਤੁਸੀਂ ਮੈਨੂੰ ਕੱਲ ਝੂਠ ਦੱਸਿਆ ਕਿ ਅੱਜ ਮੈਨੂੰ ਸੱਚ ਦੱਸ। ਸਪੈਸ਼ਲੀ ਮਾਸਕ ਪਾਉਣ ਨੂੰ ਲੈ ਕੇ ਮੇਰੇ ਖਿਆਲ ਨਾਲ ਵੀ ਬਹੁਤ ਰੌਲਾ ਸੀ। But the challenge was, while the scientists at universities like University of Saskatchewan Vaccine Institute, they were figuring out every day new information about the virus and giving it to Public Health Agency of Canada, Canadian Food Inspection Agency, Health Canada, and they were transmitting it to the Canadians. So that was a very fast moving scene. Second piece which Canadian government realized very quickly, ਇਹ ਕੋਈ ਇੱਕ ਦਿਨ 'ਚ ਨਹੀਂ ਹੋਇਆ, ਪਿਛਲੇ 25-30 ਸਾਲਾਂ ਦੇ ਵਿੱਚ ਸਮੀਰ ਜੀ ਸਾਡੇ ਮੌਂਟਰੀਅਲ ਦੇ ਆਲੇ ਦੁਆਲੇ ਕਾਫੀ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਮੈਨੂਫੈਕਚਰਿੰਗ ਫੈਸਿਲਿਟੀ ਸੀਗੀਆਂ, ਮਰਕ ਫਰੋਸਟ ਹੈ ਜਾਂ ਫਾਈਜ਼ਰ ਹੈ, ਇਹਨਾਂ ਦੀਆਂ ਉੱਥੇ ਬੜੀ ਬੜੀ ਹੱਬ ਸੀ। ਫਰੋਮ 1985 onwards, slowly and slowly they all moved away from Canada to consolidate their production lines in the states or some other countries. Very quickly Canadian government realized that we have no bio-manufacturing capacity left in this country to produce vaccines. University of Saskatchewan ਦੀ ਵੈਕਸੀਨ ਇੰਸਟੀਚਿਊਟ ਨੇ ਜਿਹੜੀ ਕੋਵਿਡ ਦੀ ਵੈਕਸੀਨ ਹੈ ਉਹ ਫਾਈਜ਼ਰ ਦੀ ਵੈਕਸੀਨ ਤੋਂ ਮੇਰਾ ਖਿਆਲ ਹੈ 4 ਹਫ਼ਤੇ ਲੇਟ ਅਸੀਂ ਤਿਆਰ ਕਰਤੀ ਸੀ, ਪਰ ਸਾਡੇ ਕੋਲ ਉਹਨੂੰ ਪ੍ਰੋਡਿਊਸ ਕਰਨ ਲਈ, ਉਹਦੀਆਂ ਹਿਊਮਨ ਟਰਾਇਲਸ ਕਰਨ ਦੇ ਲਈ ਸਾਡੇ ਕੋਲ ਕਪੈਸਿਟੀ ਤੇ ਇਨਫਰਾਸਟਰਕਚਰ ਇਸ ਕੰਟਰੀ ਦੇ ਵਿੱਚ ਹੈ ਨਹੀਂ ਸੀ।
Otherwise, we could have put our vaccine into play. ਅਸੀਂ ਹੁਣ ਹਿਊਮਨ ਟ੍ਰਾਇਲਸ ਉਹਦੀਆਂ ਕਰ ਰਹੇ ਆ ਅਫਰੀਕਾ ਦੇ ਵਿੱਚ, ਉਹ ਵੈਕਸੀਨ ਅਜੇ ਵੀ ਯੂਜ਼ ਹੋਊਗੀ ਐਂਡ ਸੋ ਕੈਨੇਡੀਅਨਸ ਕੈਨ ਬੀ ਵੈਰੀ ਪ੍ਰਾਊਡ ਆਫ ਦੈਟ। ਉਸ ਕਪੈਸਿਟੀ ਨੂੰ ਰੀਐਸਟੈਬਲਿਸ਼ ਕਰਨ ਦੇ ਲਈ ਕੈਨੇਡੀਅਨ ਗਵਰਨਮੈਂਟਸ ਨੇ ਬੜੇ ਅਗਰੈਸਿਵ ਸਟੈਪਸ ਲਏ ਨੇ ਪਿਛਲੇ 24 ਮਹੀਨਿਆਂ ਦੇ ਵਿੱਚ, ਤੇ ਅਸੀਂ ਉਹ 'ਚ ਬੜੇ ਡੀਪਲੀ ਇਨਵੋਲਵਡ ਆ, ਕਿਉਂਕਿ ਜਿਹੜੀ ਇੱਕੋ ਇੱਕ ਵੈਕਸੀਨ ਇੰਸਟੀਚਿਊਟ ਹੈ ਕੈਨੇਡਾ ਦੀ, ਉਹ ਯੂਨੀਵਰਸਿਟੀ ਆਫ ਸਸਕੈਚੁਅਨ 'ਚ ਹੈ, ਤੇ ਉਹ ਮੇਰੇ ਕੋਲੀਗ ਨੇ ਜਿਹੜਾ ਨਾਲ ਮੇਰਾ ਨਾਮ ਵੀ ਹੈਗਾ ਉਹਦੇ ਓਪੀਨੀਅਨ ਦੇ ਵਿੱਚ। ਜੀ ਉਹ ਜਿਹੜੀ ਹੁਣ ਕੈਨੇਡੀਅਨ ਗਵਰਨਮੈਂਟ ਨੇ ਬਿਲੀਅਨਸ ਆਫ ਡਾਲਰਸ ਦਿੱਤੇ ਨੇ ਅੰਡਰ ਬਾਇਓ ਮੈਨੂਫੈਕਚਰਿੰਗ ਸਟ੍ਰੈਟਜੀ, ਉਹਦੇ ਵਿੱਚ ਪ੍ਰਾਈਵੇਟ, ਪਬਲਿਕ ਤੇ ਯੂਨੀਵਰਸਿਟੀ ਸੈਕਟਰਸ ਨੂੰ ਇਨਕਰੇਜ ਕੀਤਾ ਵੀ ਤੁਸੀਂ ਇਕੱਠੇ ਹੋ ਕੇ create platform technologies, put those technologies in the freezer so that we are ready when the next pandemic comes. ਆਪਣੇ ਕੋਲ ਇੰਨੀ ਕੈਪੈਸਿਟੀ ਹੋ ਗਈ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਕੰਪਿਊਟਰ ਮਾਡਲਸ ਦੇ ਨਾਲ that sometimes we can predict what type of virus is going to show up and where in the world. Only thing is that we need to be ready in the technology framework and developing that technology and then putting it aside ਵੀ ਜਦੋਂ ਲੋੜ ਪਈ ਇਹਨੂੰ ਕੱਢ ਕੇ ਵਰਤ ਲੈਣਾ ਆਪਾਂ। ਸੋ ਜਿਹੜੀ ਕੈਨੇਡੀਅਨ ਗਵਰਨਮੈਂਟ ਅਸੀਂ ਆਈ ਫੀਲ ਪ੍ਰਟੀ ਪ੍ਰਾਊਡ ਆਫ ਅਗੇਨ that ਕੈਨੇਡੀਅਨ ਗਵਰਨਮੈਂਟ ਨੇ ਪਿਛਲੇ 2-3 ਸਾਲਾਂ ਦੇ ਵਿੱਚ ਡਿਊਰਿੰਗ ਦਾ ਪੈਂਡੈਮਿਕ ਵੀ ਹੈਵ ਬਿਲਟ ਅ ਮੈਨੂਫੈਕਚਰਿੰਗ ਫੈਸਿਲਿਟੀ ਐਟ ਦ ਯੂਨੀਵਰਸਿਟੀ ਆਫ ਸਸਕੈਚੁਅਨ। ਜੇ ਵੀ ਕੱਲ੍ਹ ਨੂੰ ਅਸੀਂ ਕੋਈ ਨਵੀਂ ਵੈਕਸੀਨ ਬਣਾਉਂਦੇ ਆ, ਉਹਦੇ ਟਰਾਇਲ ਕਰਨ ਦੇ ਲਈ ਜੇ ਅਸੀਂ 1 ਲੱਖ ਡੋਜ਼ ਬਣਾਉਣਾ ਉਹਦਾ, ਵੀ ਸ਼ੁੱਡ ਬੀ ਏਬਲ ਟੂ ਮੇਕ ਇਟ ਇਨ ਹਾਊਸ। ਨੰਬਰ 2, ਅਸੀਂ ਇੱਕ ਕੈਪੈਸਿਟੀ ਫਿਨਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਗਲੇ 12 ਮਹੀਨਿਆਂ ਦੇ ਵਿੱਚ, ਜਿਹਦੇ ਸਮੀਰ ਜੀ ਦਾ ਮੋਸਟ ਡੇਂਜਰਸ ਪੈਥੋਜਨਸ ਜਿਵੇਂ ਕਿ ਇਬੋਲਾ, ਜਿਹੜੇ ਕਿ ਲੈਵਲ 4 ਬਾਇਓ ਕੰਟੇਨਮੈਂਟ ਲੈਬੋਰਟਰੀ ਦੇ ਵਿੱਚ ਹੀ ਸਟੱਡੀ ਕੀਤੇ ਜਾ ਸਕਦੇ ਨੇ। ਹੁਣ ਤੱਕ ਕੈਨੇਡਾ ਦੇ ਵਿੱਚ ਉਹ ਇੱਕੋ ਲੈਬ ਸੀਗੀ ਵਿਨੀਪੈਗ ਦੇ ਵਿੱਚ ਫੈਡਰਲ ਗਵਰਨਮੈਂਟ ਦੀ, ਅਸੀਂ ਹੁਣ ਸਸਕੈਚੁਅਨ ਦੇ ਵਿੱਚ ਉਹ ਲੈਬ ਬਿਲਡ ਕਰ ਰਹੇ ਹਾਂ, ਉਹ ਅਗਲੇ ਸਾਲ ਦਸੰਬਰ ਤੱਕ ਤਿਆਰ ਹੋ ਜਾਣੀ ਹੈ। ਸੋ ਦੈਨ ਵੀ ਵਿਲ ਹੈਵ ਈਵਨ ਮੋਰ ਕੈਪੈਸਿਟੀ to study these very dangerous viruses and bacteria in that lab, ਤਾਂ ਕਿ ਉਹਨਾਂ ਸਟੱਡੀ ਕਰਕੇ ਉਹਨਾਂ ਦੇ ਅਗੇਂਸਟ ਕੋਈ ਵੈਕਸੀਨ ਬਣਾਉਣੀ ਹੈ, ਕੋਈ ਡਰਗ ਤਿਆਰ ਕਰਨੀ ਹੈ। We are able to do that very quickly. So the future is looking good, but main thing is we cannot take our eyes off the infectious disease threat. ਕੱਲੇ ਆਪਾਂ ਤਾਂ ਜੇ ਹਿਊਮਨ ਦੀ ਗੱਲ ਕੀਤੀ ਹੈ, ਸਵਾਈਨ ਫੀਵਰ ਇੱਕ ਵਾਇਰਸ ਹੈ ਜਿਹੜਾ ਕਿ ਪਿਗ ਇੰਡਸਟਰੀ ਨੂੰ ਡੈਸੀਮੇਟ ਕਰ ਸਕਦਾ, ਜੇ ਕੈਨੇਡਾ ਦੇ ਵਿੱਚ ਉਹ ਸ਼ੋ ਅਪ ਨਹੀਂ ਕੀਤਾ। ਜੇਕਰ ਉਹ ਕੱਲ੍ਹ ਨੂੰ ਆ ਜਾਂਦਾ ਹੈ, ਆਪਣੀ ਬਿਲੀਅਨਸ ਆਫ ਡਾਲਰ ਦੀ ਜਿਹੜੀ ਪੋਰਕ ਦੀ ਐਕਸਪੋਰਟ ਹੈ ਉਹ 1 ਮਿੰਟ ਦੇ ਵਿੱਚ ਸ਼ਟ ਡਾਊਨ ਹੋ ਜੂਗੀ, ਜਿਵੇਂ ਕਿ ਮੈਡ ਕਾਓ ਦੇ ਨਾਲ ਬੀਫ ਦੀ ਐਕਸਪੋਰਟ 2003-4 ਦੇ ਵਿੱਚ ਆਪਣੇ ਕੈਨੇਡਾ ਤੋਂ ਸ਼ਟ ਡਾਊਨ ਹੋ ਗਈ ਸੀ। ਸੋ ਇਕੱਲਾ ਹਿਊਮਨ ਹੈਲਥ ਨਹੀਂ, ਆਪਣਾ ਜਿਹੜਾ ਐਨੀਮਲ ਪ੍ਰੋਡਕਟ ਸੈਕਟਰ ਹੈ, ਐਨੀਮਲ ਫੂਡ ਸੈਕਟਰ ਹੈ, ਉਹ ਬਿਲੀਅਨਸ ਆਫ ਡਾਲਰ ਦੀ ਰੈਵਨਿਊ ਕੈਨੇਡਾ ਨੂੰ ਲਿਆਉਂਦਾ ਹੈ। ਸੋ ਉਹ ਵੀ ਇੱਕ ਸਾਡੇ ਲਈ ਥ੍ਰੈਟ ਹੈ ਨਾ। ਸੋ ਇਹ ਬੜਾ ਕੰਪਲੈਕਸ ਹੈਗਾ, ਪਰ ਤੁਸੀਂ ਬੜੀ ਐਫਰਟ ਕਰਦੇ ਹੋ ਇਹਨਾਂ ਜਿਹੜੀ ਇਨਫੋਰਮੇਸ਼ਨ ਪਹੁੰਚਾਉਣ ਲਈ, ਤੁਹਾਡਾ ਬੜਾ ਧੰਨਵਾਦ ਕਰਨਾ ਚਾਹੁੰਦਾ ਸੀ ਮੈਂ ਇਸ ਕੰਮ ਲਈ। ਅੱਛਾ, ਇੱਕ ਬਲਜੀਤ ਸਿੰਘ ਜੀ ਤੁਹਾਡੇ ਤੋਂ ਇੱਕ ਗੱਲ ਹੋਰ ਮੈਂ ਜ਼ਰੂਰ ਪੁੱਛਣੀ ਚਾਹੂੰਗਾ ਜਿਹੜੀ ਬੜੀ ਇੰਪੋਰਟੈਂਟ ਹੈ, ਉਹ ਇਹ ਕਿ ਜਦੋਂ ਦੁਨੀਆ ਦਾ ਅਸੀਂ ਪੂਰਾ ਇੱਕ ਅਸੀਂ ਝਾਤ ਮਾਰੀਏ, ਪੰਛੀ ਝਾਤ ਮਾਰੀਏ, ਬਰਡ ਆਈ ਵਿਊ ਤੋਂ ਜੇ ਦੇਖੀਏ, 2 ਵੱਡੀਆਂ ਜਿਹੜੀਆਂ ਪੋਪੂਲਸ ਕੰਟਰੀਜ਼ ਨੇ, ਇੰਡੀਆ ਔਰ ਚਾਈਨਾ, ਇਹਨਾਂ ਦਾ ਕੋਵਿਡ-19 ਨੂੰ ਲੈ ਕੇ ਰਿਐਕਸ਼ਨ ਕਿਹੋ ਜਿਹਾ ਸੀ? ਇੱਕ ਪਾਸੇ ਕੋਵਿਡ ਦਾ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਸ਼ੁਰੂਆਤੀ ਦੌਰ ਦੇ ਉੱਤੇ ਕਿ ਚੀਨ ਦੇ ਵਿੱਚੋਂ ਕਿਤੇ ਨਾ ਕਿਤੇ ਆਉਣ ਦੀ ਗੱਲ ਕੀਤੀ ਜਾ ਰਹੀ ਸੀ, ਪਰ ਦੂਜੇ ਪਾਸੇ ਇੰਡੀਆ ਜਿਹੜੀ ਸੈਕਿੰਡ ਮੋਸਟ ਪੋਪੂਲਸ ਕੰਟਰੀ ਹੈ, ਇਹ ਇੱਕ ਵਰਲਡ ਫਾਰਮੇਸੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਈ। ਆਪਣੇ ਜਿਹੜੇ ਇਹਨਾਂ ਦੇ ਸੀਰਮ ਇੰਸਟੀਚਿਊਟ ਆ, ਉਹਨਾਂ ਨੇ ਵੈਕਸੀਨਸ ਬਣਾਈਆਂ, 100 ਕਰੋੜ ਲੋਕਾਂ ਨੂੰ 2-2 ਡੋਜ਼ ਲਾਤੀਆਂ। ਹਾਊ ਡੂ ਯੂ ਸੀ ਇਟ ਐਜ਼ ਅ ਰਿਸਰਚਰ, ਐਜ਼ ਅ ਸਾਇੰਟਿਸਟ? ਇਹ ਦੋਨੋਂ ਕੰਟਰੀਜ਼ ਦਾ ਰਿਸਪੌਂਸ ਬੜਾ ਡਿਫਰੈਂਟ ਰਿਹਾ, ਕਿਉਂਕਿ ਦੋਨੋਂ ਕੰਟਰੀਜ਼ ਦੇ ਵਿੱਚ ਜਿਹੜੇ ਪੋਲੀਟੀਕਲ ਸਿਸਟਮ ਨੇ ਉਹ ਦੋਨੋਂ ਡਿਫਰੈਂਟ ਨੇ। ਇੱਕ ਸਿਸਟਮ ਹੈ ਜਿਹਦੇ ਵਿੱਚ ਜਨਰਲੀ ਜਿਹੜਾ ਮੀਡੀਆ ਹੈਗਾ ਕਿਤੋਂ ਗੱਲ ਕੱਢ ਕੇ ਲੋਕਾਂ ਨੂੰ ਦੱਸ ਹੀ ਦਿੰਦਾ, ਉਹ ਇੰਡੀਆ ਦੀ ਗੱਲ ਕਰ ਰਿਹਾ ਮੈਂ। ਉਹਦੇ ਵਿੱਚ ਜਿਹੜੀ ਇੱਕ ਟਰਾਂਸਪੇਰੈਂਸੀ ਹੈ, ਇੱਕ ਇਨਫੋਰਮੇਸ਼ਨ ਸ਼ੇਅਰਿੰਗ ਹੈ, ਉਹ ਜਨਰਲੀ ਮਚ ਮੋਰ ਰਿਲਾਇਬਲ ਹੈ ਕਈ ਵਾਰੀ ਕੰਪੇਅਰ ਟੂ ਚਾਈਨਾ। ਇੰਡੀਆ ਦੇ ਵਿੱਚ ਇੱਕ ਦੋ ਚੀਜ਼ਾਂ ਬੜੀਆਂ ਇੰਟਰਸਟਿੰਗ ਨੇ। ਜਿਵੇਂ ਆਪਾਂ ਐਨੂਅਲ ਜਦੋਂ ਆਪਣੀਆਂ ਉੱਥੇ ਵੋਟਾਂ ਪੈਂਦੀਆਂ ਇੰਡੀਆ ਦੇ ਵਿੱਚ, ਤੁਸੀਂ ਦੇਖੋਗੇ ਸਦਾ ਹੀ ਫੋਟੋਆਂ ਲੈ ਕੇ ਵੀ ਜਿਹੜੇ ਵੋਟਿੰਗ ਆਫੀਸ਼ੀਅਲਸ ਨੇ ਉਹ ਮਸ਼ੀਨਾਂ ਲੈ ਕੇ ਨਿੱਕੇ ਤੋਂ ਨਿੱਕੇ ਪਿੰਡਾਂ ਦੇ ਵਿੱਚ ਵੀ ਪਹੁੰਚ ਕੇ ਵੋਟਾਂ ਪਵਾਉਂਦੇ ਆ ਜੀ। ਇਸੇ ਤਰ੍ਹਾਂ ਜਿਹੜੀ ਵੈਕਸੀਨ ਤੇ ਪ੍ਰਾਇਮਰੀ ਹੈਲਥ ਕੇਅਰ ਸਿਸਟਮ ਹੈ, ਬਈ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਨਰਸ, ਕੋਈ ਨਾ ਕੋਈ ਸੈਂਟਰ ਹੈਗਾ, ਉਹਨੇ ਇਹਨੂੰ ਹੈਲਪ ਕੀਤੀ। ਬਈ ਇੰਡੀਆ ਵਾਜ਼ ਏਬਲ ਟੂ ਡੂ 200 ਕਰੋੜ ਜਿਹੜੇ ਵੈਕਸੀਨੇਸ਼ਨ ਦੇ ਡੋਸਿਸ ਨੇ ਇਨ ਅ ਰਿਮਾਰਕੇਬਲ ਸ਼ਾਰਟ ਪੀਰੀਅਡ ਆਫ ਟਾਈਮ। ਦੂਜਾ ਇਹ ਹੈਗਾ ਵੀ ਇੰਡੀਆ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਕਪੈਸਿਟੀ ਹੈ ਉਹ ਬੜੀ ਸਟਰੋਂਗਲੀ ਐਸਟੈਬਲਿਸ਼ ਹੋ ਚੁੱਕੀ ਹੈ, ਸਪੈਸ਼ਲੀ ਇਨ ਦੀ ਏਰੀਆਜ਼ ਆਫ ਡਰਗ ਮੈਨੂਫੈਕਚਰਿੰਗ। ਚਾਹੇ ਤੁਸੀਂ IT ਦੇ ਵਿੱਚ ਵੀ ਲਾ ਲਓ, ਹੋਰ ਵੀ ਕਈ ਏਰੀਆਜ਼ ਹੈਗੇ ਨੇ, ਬਟ ਇਟ ਆਲਸੋ ਕੇਮ ਅਪ ਵੈਰੀ ਪ੍ਰੋਮੀਨੈਂਟਲੀ
during the COVID that India was not only able to design a vaccine, but also mass produce it and export it to many other countries to help them in their fight for COVID, है ना? ਤੇ ਉਹਦੇ ਨਾਲ ਹੀ ਤੀਜਾ ਪੀਸ ਇਹ ਹੈ ਵੀ ਇੰਡੀਆ ਦੇ ਵਿੱਚ ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਦੀ ਕਪੈਸਿਟੀ ਹੈ, ਇੰਡੀਅਨ ਇੰਸਟੀਚਿਊਟਸ ਆਫ ਟੈਕਨੋਲੋਜੀ ਤੋਂ ਲੈ ਕੇ ਇੰਡੀਅਨ ਇੰਸਟੀਚਿਊਟਸ ਆਫ ਸਾਇੰਸਿਸ ਤੋਂ ਲੈ ਕੇ, ਉਹ ਵੀ ਇੱਕ ਬੜੀ ਲਾਰਜ ਸਕੇਲ ਤੇ ਐਸਟੈਬਲਿਸ਼ ਹੋ ਚੁੱਕੀ ਹੈ ਉਸ ਕੰਟਰੀ ਦੇ ਵਿੱਚ। ਸਰਦਾਰ ਮਨਮੋਹਨ ਸਿੰਘ ਉਹਨਾਂ ਤੋਂ ਲੈ ਕੇ ਹੁਣ ਤੱਕ ਇੰਡੀਆ ਨੇ ਸਾਇੰਸ ਤੇ ਇਨੋਵੇਸ਼ਨ ਦੇ ਵਿੱਚ ਲਾਰਜ ਸਕੇਲ ਇਨਵੈਸਟਮੈਂਟਸ ਕੀਤੀਆਂ ਨੇ, ਤੇ ਪੜ੍ਹਾਈ ਇੰਡੀਆ ਦੇ ਵਿੱਚ ਵੈਸੇ ਹੀ ਬੜੀ ਹੈਗੀ ਹੈ, ਕਾਲਜ ਸਕੂਲ ਯੂਨੀਵਰਸਿਟੀਆਂ ਬੜੇ ਖੁੱਲ੍ਹ ਗਏ ਨੇ। ਸੋ ਜਿਹੜਾ ਸਿਸਟਮ ਹੈ, ਇਟ ਅਲਾਊਡ ਗਵਰਨਮੈਂਟ ਆਫ ਇੰਡੀਆ to react much better compared to many other developing countries around the globe. China ਦੀ ਇਨਫੋਰਮੇਸ਼ਨ ਬਾਰੇ ਬੜਾ ਡਿਫਿਕਲਟ ਹੋ ਜਾਂਦਾ ਡਿਸਾਈਫਰ ਕਰਨਾ ਵੀ ਉੱਥੋਂ ਇਨਫੋਰਮੇਸ਼ਨ ਕਿਵੇਂ ਆਉਂਦੀ ਹੈ, ਸੋ ਉਹਦੇ ਬਾਰੇ ਮੈਂ ਕਮੈਂਟ ਕਰਨ ਦੀ ਪੋਜੀਸ਼ਨ ਹੈ ਨਹੀਂ। ਅੱਛਾ ਬਲਜੀਤ ਸਿੰਘ ਜੀ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਇਹ ਹੈ ਕਿ ਇਮਿਊਨਿਟੀ ਨੂੰ ਲੈ ਕੇ ਕਾਫੀ ਰੌਲੇ ਪੈਂਦੇ ਰਹੇ ਕਿ ਇੱਕ ਤਾਂ ਸਾਡੇ ਖਾਣ ਪੀਣ ਦੇ ਵਿੱਚ ਹੀ ਜਿਹੜਾ ਇਮਿਊਨਿਟੀ ਬੂਸਟਰ ਚੀਜ਼ਾਂ ਨੇ, ਚਾਹੇ ਉਹ ਹਲਦੀ ਦਾ ਜ਼ਿਕਰ ਹੋਏ, ਚਾਹੇ ਉਹ ਅਦਰਕ ਦਾ ਜ਼ਿਕਰ ਹੋਏ, ਘਰਾਂ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਹੀ ਹੁੰਦਾ, ਪਰ ਇਮਿਊਨਿਟੀ ਕਿੰਨੀ ਕੁ ਜ਼ਰੂਰੀ ਹੈ ਇਸ ਪੈਂਡੇਮਿਕ ਤੋਂ ਬਾਅਦ? ਖਾਸ ਤੌਰ 'ਤੇ ਸਪੈਨਿਸ਼ ਫਲੂ ਵੇਲੇ ਤਾਂ ਮੇਰੇ ਖਿਆਲ 'ਚ ਸਾਡੇ ਤੋਂ ਬਹੁਤ ਘੱਟ ਲੋਕ ਹੋਣਗੇ ਜਿਹੜੇ ਅੱਜ ਵੀ ਜ਼ਿੰਦਾ ਹੋਣਗੇ ਜਾਂ ਉਹਦਾ ਕੋਈ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਆ, ਪਰ ਜਿਹੜਾ ਇਹ ਪੈਂਡੇਮਿਕ ਹੈ ਇਹਦਾ ਕਾਫੀ ਅਸਰ ਅਜੇ ਰਹਿਣਾ ਹੈ ਔਰ ਕਈ ਸਟ੍ਰੇਨਸ ਇਹਦੇ ਦਿਖ ਰਹੇ ਆ, ਪਰ ਇਮਿਊਨਿਟੀ ਦਾ ਕਿੱਡਾ ਕੁ ਵੱਡਾ ਰੋਲ ਹੈ? ਕਿਉਂਕਿ ਕਈ ਵਾਰ ਇਹਦੇ 'ਤੇ ਵੀ ਕਨਫਿਊਜ਼ਨ ਕਾਫੀ ਰਹਿੰਦੀ ਹੈ ਕਿ ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਹੈ ਸ਼ਾਇਦ ਉਹਨਾਂ ਨੂੰ ਵੈਕਸੀਨੇਸ਼ਨ ਦੀ ਲੋੜ ਨਹੀਂ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਹਾਂਜੀ, ਕਿਉਂਕਿ ਮੇਰਾ ਆਪਣਾ ਪਰਸਨਲ ਏਰੀਆ ਆਫ ਰਿਸਰਚ ਹੈ ਇਮਿਊਨੋਲੋਜੀ। ਦੇਖੋ, ਇਮਿਊਨਿਟੀ ਦੋ ਤਰ੍ਹਾਂ ਦੀ ਹੈ, ਇੱਕ ਇਨੇਟ ਹੈ ਜਿਹੜੀ ਬਾਡੀ ਦੇ ਵਿੱਚ ਬਿਲਟ ਇਨ ਹੈ, ਇੱਕ ਇਮਿਊਨਿਟੀ ਹੈ ਜਿਹੜੀ ਆਪਾਂ ਇੰਡਿਊਸ ਕਰਦੇ ਹਾਂ ਵੈਕਸੀਨ ਦੇ ਨਾਲ ਕਿਸੇ ਪਰਟੀਕੂਲਰ ਜਿਹੜਾ ਬੈਕਟੀਰੀਆ ਜਾਂ ਵਾਇਰਸ ਹੈ ਉਹਦੇ ਅਗੇਂਸਟ, ਹੈ ਨਾ। ਜਿਹੜੇ ਵਾਇਰਸ ਨੇ ਬਿਲਕੁਲ ਨਵੇਂ ਨੇ, ਆਪਾਂ ਕੋਵਿਡ ਬਾਰੇ ਕਿਉਂ ਭੱਜਣਾ ਪਈਆਂ? ਕਿਉਂਕਿ ਆਪਣੀ ਹਿਊਮਨ ਬਾਡੀ ਨੇ ਉਹ ਵਾਇਰਸ ਪਹਿਲਾਂ ਸ਼ਾਇਦ ਕਦੇ ਦੇਖਿਆ ਨਹੀਂ ਸੀ, ਇਸ ਕਰਕੇ ਜਿਹੜਾ ਉਹਦਾ ਇੰਪੈਕਟ ਸੀਗਾ ਹਿਊਮਨ ਬਾਡੀ ਦੇ ਉੱਪਰ ਮੱਚ ਮੋਰ ਸੀਰੀਅਸ ਸੀਗਾ ਕੰਪੇਅਰ ਟੂ ਨਾਓ। ਉਹਦੇ ਨਾਲ ਕੀ ਹੈ, ਜਿਹੜੀ ਹਰ ਇੰਡੀਵਿਜੂਅਲ ਬੰਦੇ ਦੀ ਜਿਹੜੀ ਇਨਵੈਸਟੀਗੇਟ ਕਰਨਾ ਵੀ ਇਹਦੇ 'ਚ ਕਿੰਨੀ ਇਮਿਊਨਿਟੀ ਹੈ, that requires large scale investment ਜਿਹੜਾ ਕਿ ਕੋਈ ਵੀ ਦੁਨੀਆ ਦਾ ਸਿਸਟਮ ਕੇਪੇਬਲ ਨਹੀਂ ਹੈ ਉਹਨੂੰ ਪੁੱਟ ਅਪ ਕਰਨ ਵਾਸਤੇ। ਮੈਂ ਦੱਸ ਸਕਾਂ ਬਈ ਬਲਜੀਤ ਦੇ ਵਿੱਚ ਇਮਿਊਨਿਟੀ ਇੰਨੀ ਹੈ ਤੇ ਸਮੀਰ ਜੀ ਉਹਨਾਂ ਦੇ ਵਿੱਚ ਇੰਨੀ ਹੈ, ਉਹ ਫਿਰ ਗੱਲ ਆ ਜਾਂਦੀ ਹੈ ਹਰਡ ਇਮਿਊਨਿਟੀ ਦੀ। ਬਈ ਲਾਰਜ ਸਕੇਲ ਦੇ ਵਿੱਚ ਇੱਕ ਪਾਪੂਲੇਸ਼ਨ ਦੇ ਵਿੱਚ ਜਿਹੜੇ 100 ਬੰਦੇ ਨੇ, ਜੇ ਆਪਾਂ ਉਹਨਾਂ ਨੂੰ ਵੈਕਸੀਨੇਸ਼ਨ ਕਰ ਦਈਏ ਤਾਂ ਮਤਲਬ ਉਹਦੀ ਜਿਹੜੀ ਇਮਿਊਨਿਟੀ ਲੈਵਲ ਐਜ਼ ਅ ਗਰੁੱਪ ਕਿੰਨਾ ਹੈਗਾ, ਕਿਉਂਕਿ ਗਰੁੱਪ ਇਮਿਊਨਿਟੀ ਸਮੀਰ ਜੀ ਪ੍ਰੋਟੈਕਟ ਕਰਦੀ ਹੈ ਇੰਡੀਵਿਜੂਅਲ ਨੂੰ। ਜੇਕਰ ਆਪਣੇ ਘਰ ਦੇ ਵਿੱਚ ਆਪਾਂ 10 ਜਣੇ ਆ, ਉਹਦੇ 'ਚ ਇੱਕ ਬੰਦਾ ਇਮਿਊਨ ਕੰਪਰੋਮਾਈਜ਼ਡ ਹੈ, ਪਰ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਬਾਕੀ 9 ਬੰਦਿਆਂ ਦੀ ਇਮਿਊਨਿਟੀ ਗੁੱਡ ਹੋਣੀ ਬੜੀ ਜ਼ਰੂਰੀ ਹੈ, ਤਾਂ ਕਿ ਉਹ ਨਾ ਬਿਮਾਰ ਹੋ ਜਾਣ, ਤਾਂ ਕਿ ਉਹਨਾਂ ਦੇ ਬਿਮਾਰ ਹੋਣ ਤੋਂ ਜਿਹੜਾ ਪੈਥੋਜਨ ਹੈ ਉਹ ਜਿਹੜੇ ਬੰਦਾ ਇਮਿਊਨ ਕੰਪਰੋਮਾਈਜ਼ਡ ਹੈ, ਐਲਡਰਲੀ ਹੈ, ਕੋਈ ਬੱਚਾ ਹੈ, ਉਹ ਨਾ ਇਨਫੈਕਟ ਹੋ ਜਾਵੇ। ਕਈ ਵਾਰੀ ਬੰਦੇ ਕਹਿੰਦੇ ਮੈਂ ਤਾਂ ਹੈਲਥੀ ਹਾਂ, ਮੈਨੂੰ ਟੀਕਾ ਲਗਵਾਉਣ ਦੀ ਲੋੜ ਨਹੀਂ ਹੈ, ਪਰ ਉਹ ਇਹ ਜ਼ਰੂਰੀ ਹੈ ਵੀ ਆਪਾਂ ਜਿਹੜੀ ਇੱਕ ਸੋਸਾਇਟਲ ਰਿਸਪੋਂਸੀਬਿਲਿਟੀ ਹੈ ਸਾਡੀ, ਆਪਾਂ ਇੰਨੇ ਸੈਲਫਿਸ਼ ਨਹੀਂ ਹੋ ਸਕਦੇ ਵੀ ਮੈਨੂੰ ਲੋੜ ਨਹੀਂ ਹੈ ਇਸ ਕਰਕੇ ਮੈਂ ਨਹੀਂ ਕੰਮ ਕਰਨਾ। ਆਪਾਂ ਬਹੁਤ ਕੰਮ ਆਪਣੀ ਸੁਸਾਇਟੀ ਲਈ ਕਰਦੇ ਹਾਂ, ਆਪਣੀ ਫੈਮਿਲੀਜ਼ ਦੇ ਲਈ ਕਰਦੇ ਹਾਂ। ਸੋ ਮੇਰਾ ਖਿਆਲ ਹੈ ਵੀ ਜਿੰਨੀ ਨੌਲੇਜ ਇਸ ਟਾਈਮ ਤੇ ਵੈਕਸੀਨ ਬਾਰੇ ਹੈਗੀ ਹੈ, ਉਹ ਇਹ ਹੈ ਵੀ ਆਪਾਂ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ। ਉਹਦਾ ਆਪਾਂ ਨੂੰ ਵੀ ਫਾਇਦਾ ਹੋਊਗਾ, ਜੇ ਸਾਡੀ ਇਮਿਊਨਿਟੀ ਗੁੱਡ ਹੈ ਉਹਨੂੰ ਫਰਦਰ ਉਹ ਸਟਰੈਂਥਨ ਕਰ ਦੂਗੀ, ਤੇ ਨਾਲ ਦੀ ਨਾਲ ਜਿਹੜੇ ਸਾਡੇ ਆਲੇ ਦੁਆਲੇ ਕੈਨੇਡੀਅਨਸ ਨੇ, ਆਪਣੀ ਫੈਮਿਲੀਜ਼ ਦੇ ਮੈਂਬਰਸ ਨੇ, ਵੀ ਆਰ ਆਲਸੋ ਕੰਟਰੀਬਿਊਟਿੰਗ ਟੂ ਦੇਅਰ ਬੈਟਰ ਹੈਲਥ at the same time. ਦੂਜਾ ਜਿਹੜਾ ਇਹਨਾਂ ਦੀ ਸਟੱਡੀ ਹੈ ਸਮੀਰ ਜੀ, ਦੇਖੋ ਕੈਨੇਡਾ ਦੇ ਵਿੱਚ $4 ਬਿਲੀਅਨ ਦੀ ਰਿਸਰਚ ਫੰਡਿੰਗ ਫੈਡਰਲ ਗਵਰਨਮੈਂਟ ਦਿੰਦੀ ਹੈ। ਉਹਦਾ ਇੱਕ ਐਡਵਾਈਜ਼ਰੀ ਪੈਨਲ ਬਣਾਇਆ ਸੀ ਆਈਸੈਟ ਤੇ ਹੈਲਥ ਕੈਨੇਡਾ ਦੇ ਮਿਨਿਸਟਰ ਨੇ 7 ਬੰਦਿਆਂ ਦਾ, ਉਹਦੇ 'ਚ ਮੈਂ ਹੈਗਾ। ਅਸੀਂ ਉਹਦੀ ਫਾਈਨਲ ਰਿਪੋਰਟ ਇਸ ਹਫ਼ਤੇ ਮਿਨਿਸਟਰਸ ਨੂੰ ਦੇਣੀ ਹੈ, ਜਿਹੜੀ ਉਹ ਰਿਸਰਚ ਫੰਡਿੰਗ ਸਿਸਟਮ ਹੈ ਜਿਹਦੇ ਨਾਲ ਆਪਾਂ ਇਹ ਬੇਸਿਕ ਚੀਜ਼ਾਂ ਸਟੱਡੀ ਕਰਦੇ ਹਾਂ ਬਈ ਬਾਡੀ ਦਾ ਇਮਿਊਨ ਸਿਸਟਮ ਕਿਵੇਂ ਕੰਮ ਕਰਦਾ, ਫਾਰ ਐਗਜ਼ਾਮਪਲ ਨਵੀਆਂ ਵੈਕਸੀਨਸ ਕਿਵੇਂ ਬਣਾਉਣੀਆਂ ਨੇ, ਫਾਰ ਐਗਜ਼ਾਮਪਲ ਉਹ ਅਸੀਂ ਰਿਪੋਰਟ ਮਿਨਿਸਟਰ ਨੂੰ ਅਸੀਂ ਨੈਕਸਟ ਵੀਕ ਸਬਮਿਟ ਕਰਨੀ ਹੈ। ਪਿਛਲੇ 10-12 ਹਫ਼ਤੇ ਤੋਂ ਧੰਨੇਵਾਦ ਕੰਮ ਚੱਲ ਰਿਹਾ ਸੀਗਾ, ਉਹਦੇ 'ਚ ਅਸੀਂ ਇਜ਼ਰਾਈਲੀ ਸਾਇੰਸ ਵਾਲਿਆਂ ਨੂੰ, ਆਸਟ੍ਰੇਲੀਅਨਸ ਨੂੰ, ਬ੍ਰਿਟਿਸ਼ ਨੂੰ, ਜਰਮਨਸ ਨੂੰ, ਅਸੀਂ ਉਹਨਾਂ ਨੂੰ ਬੜਾ ਕੰਸਲਟ ਕੀਤਾ। ਸੋ ਉਹ ਜਿਹੜਾ 7 ਬੰਦਿਆਂ ਦਾ ਨੈਸ਼ਨਲ ਪੈਨਲ ਸੀਗਾ, we are finishing a report to, in the light of the COVID pandemic, how better we can invest in research and innovation so that next time we are much better prepared. So Canadian government ਨੇ ਕਾਫੀ ਫਰੰਟ ਤੇ ਬੜਾ ਪਾਏਦਾਰੀ ਦਾ ਕੰਮ ਕੀਤਾ।
ਮੈਨੂੰ ਡੈਫੀਨੇਟਲੀ ਮੇਰਾ ਜਾਂਦੇ ਜਾਂਦੇ ਮੈਂ ਸਿਰਫ ਇਹ ਕਹਿਣਾ ਚਾਹੂੰਗਾ, ਮੈਨੂੰ ਤੁਹਾਡਾ ਵਨ ਹੈਲਥ ਵਾਲਾ ਕਨਸੈਪਟ ਜਿਹਦੇ 'ਚ ਇਨਸਾਨਾਂ ਦੇ ਨਾਲ ਜਾਨਵਰਾਂ ਦੀ ਹੈਲਥ ਦੀ ਵੀ ਗੱਲ ਕੀਤੀ ਔਰ ਆਪਸ ਜਿਹੜਾ ਇਹਨਾਂ ਦਾ ਕੋਰਿਲੇਸ਼ਨ ਤੁਸੀਂ ਦੱਸਿਆ, ਦਿਸ ਇਜ਼ ਰੀਅਲੀ ਸਾਡੇ ਸਾਹਮਣੇ ਲਾਈਵ ਐਗਜ਼ਾਮਪਲ ਹੈ ਕਿ ਕੋਵਿਡ-19 ਵੀ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਉਹਦਾ ਇੱਕ ਸਟ੍ਰੇਨ ਜਾਂ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਹੋਈ ਸੀ ਕਿ ਕੁਝ ਜਾਨਵਰਾਂ ਤੋਂ ਸ਼ਾਇਦ ਇਹਦੀ ਸ਼ੁਰੂਆਤ ਹੋਈ ਸੀ। ਸੋ ਇਹ ਬਹੁਤ ਜ਼ਰੂਰੀ ਹੈ ਜਿਹੜਾ ਇਹ ਵਨ ਹੈਲਥ ਵਾਲਾ ਕਨਸੈਪਟ ਜਿਹੜਾ ਤੁਸੀਂ ਸ਼ਾਇਦ ਇਹ ਲੈ ਕੇ ਆ ਰਹੇ ਹੋ, ਇਟ ਇਜ਼ ਰੀਅਲੀ ਵੈਰੀ ਗੁੱਡ ਔਰ ਮੇਰੇ ਖਿਆਲ ਨਾਲ ਬੜਾ ਵਧੀਆ ਰਹੇਗਾ। ਜਾਂਦੇ ਜਾਂਦੇ ਤੁਸੀਂ ਆਪਣੇ ਵੱਲੋਂ ਸਾਡੇ ਲਿਸਨਰਸ ਨੂੰ ਕੀ ਕਹਿਣਾ ਚਾਹੋਗੇ ਜੀ? ਮੈਂ ਇਹੀ ਕਹੂੰਗਾ ਜੀ ਵੀ ਜਿਹੜੇ ਤੁਹਾਡੇ ਪ੍ਰੋਗਰਾਮ ਨੇ ਉਹ ਬੜੀ ਨੌਲੇਜ ਪ੍ਰੋਵਾਈਡ ਕਰਦੇ ਆ ਲਿਸਨਰਸ ਨੂੰ। ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹੀਏ, ਨੌਲੇਜ ਸ਼ੇਅਰ ਕਰਦੇ ਰਹੀਏ, ਤੇ ਤਾਂ ਕਿ ਕੋਈ ਵੀ ਆਪਾਂ ਡਿਸੀਜ਼ਨ ਬਣਾਉਂਦੇ ਆ ਉਹ ਸਾਇੰਟੀਫਿਕਲੀ ਜਾਂ ਸੋਸ਼ਲ ਸਾਇੰਸ ਦੇ ਹਿਸਾਬ ਨਾਲ ਐਵੀਡੈਂਸ ਬੇਸਡ ਹੋਵੇ, ਨਾ ਕਿ ਆਪਾਂ ਕੋਈ ਗੱਲ ਇੱਥੋਂ ਸੁਣੀ ਉੱਥੋਂ ਸੁਣੀ। ਤੇ ਓਵਰਆਲ ਆਪਾਂ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਜਨਰਲੀ ਰਿਲਾਇਬਲ ਇਨਫੋਰਮੇਸ਼ਨ ਇਕੱਠੀ ਕਰਨੀ ਤੁਹਾਡੇ ਵਰਗੇ ਪ੍ਰੋਗਰਾਮਾਂ ਦੇ ਥਰੂ ਬੜੀ ਸੌਖੀ ਹੈ। ਸੋ ਇਸ ਕਰਕੇ ਲੈਟਸ ਕੰਟੀਨਿਊ ਦਾ ਡਿਸਕਸ਼ਨ ਐਂਡ ਦਾ ਡਿਬੇਟ। ਤੇ ਜਿਹੜੇ ਲੋਕਲ ਆਪਣੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਵੀ ਆਪਾਂ ਨੂੰ ਇਨਕਰੇਜ ਕਰਨਾ ਚਾਹੀਦਾ ਵੀ ਜਿਹੜੀ ਇਹ ਸਾਇੰਸ ਇਨੋਵੇਸ਼ਨ ਹੈ ਵਿਚ ਅੰਡਰਪਿਨਸ ਦੀ ਪ੍ਰੋਸਪੈਰਿਟੀ ਆਫ ਐਵਰੀ ਕੰਟਰੀ ਐਂਡ ਇਨਕਲੂਡਿੰਗ ਕੈਨੇਡਾ, we need to continue to make investments in those areas. Absolutely. ਤੇ ਤੁਹਾਡਾ ਬੜਾ ਸ਼ੁਕਰੀਆ, ਤੁਹਾਨੂੰ ਨਵੇਂ ਸਾਲ ਦੀਆਂ ਬੜੀਆਂ ਵਧਾਈਆਂ, ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਤੁਹਾਡਾ ਬੜਾ ਸ਼ੁਕਰੀਆ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੀ ਸਾਨੂੰ ਸਮਾਂ ਦਿੱਤਾ ਆਪਣੇ ਕੀਮਤੀ ਰੁਝੇਵਿਆਂ ਚੋਂ ਕੱਢ ਕੇ, ਔਰ ਡੈਫੀਨੇਟਲੀ ਅਸੀਂ ਚਾਹਾਂਗੇ ਕਿ ਭਵਿੱਖ ਵਿੱਚ ਵੀ ਤੁਹਾਡੇ ਨਾਲ ਇਵੇਂ ਹੀ ਗੱਲਬਾਤ ਹੁੰਦੀ ਰਹੇ ਤਾਂ ਕਿ ਤੁਹਾਡੇ ਕੋਲੋਂ ਜਿਹੜੀ ਇੱਕ ਐਕਚੁਅਲ ਇਨਫੋਰਮੇਸ਼ਨ ਹੈ, ਫੈਕਚੁਅਲ ਇਨਫੋਰਮੇਸ਼ਨ ਹੈ, ਉਹ ਸਾਡੇ ਸਰੋਤਿਆਂ ਤੱਕ ਪਹੁੰਚਦੀ ਰਹੇ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।